ਗੁੱਡ ਮਾਰਨਿੰਗ ਸਟੂਡੈਂਟ। ਸਾਡਾ ਅੱਜ ਦਾ ਟੌਪਿਕ ਹੈ ਕਾਰਜਪਾਲਿਕਾ ਰਾਜਤੰਤਰ। ਬਰਤਾਨਵੀ ਸੰਵਿਧਾਨ ਦੇ ਵਿੱਚ ਪਹਿਲਾਂ ਬਾਦਸ਼ਾਹ ਦੀ ਸੰਸਥਾ ਨੂੰ ਹੀ ਖਾਨਦਾਨੀ ਬਣਾਇਆ ਗਿਆ ਸੀ। ਭਾਵ ਕੀ ਹੈ, ਸਮੂਹ ਦੀਆਂ ਸਾਰੀਆਂ ਸ਼ਕਤੀਆਂ ਹੁੰਦੀਆਂ ਸੀ ਜੋ ਬਾਦਸ਼ਾਹ ਦੇ ਕੋਲ ਹੀ ਕੇਂਦਰਿਤ ਹੁੰਦੀਆਂ ਸੀ। ਪਰ ਬਾਅਦ ਦੇ ਵਿੱਚ ਬਾਦਸ਼ਾਹ ਅਤੇ ਸੰਸਥਾ ਦੇ ਵਿੱਚ ਇੱਕ ਲੰਬੇ ਸੰਘਰਸ਼ ਦੇ ਬਾਅਦ ਜੋ ਬਾਦਸ਼ਾਹ ਉਸਦੀਆਂ ਸ਼ਕਤੀਆਂ ਨੇ ਨਿਰੰਕੁਸ਼ਵਾਦ ਦਾ ਉਸਦਾ ਅੰਤ ਹੋ ਗਿਆ। ਉਸਦੀਆਂ ਸਾਰੀਆਂ ਸ਼ਕਤੀਆਂ ਨੇ ਸੰਸਦ ਦੇ ਆਪਣੇ ਹੱਥ ਵਿੱਚ ਲੈ ਲਈਆਂ ਅਤੇ ਉਸ ਤੋਂ ਸ਼ਕਤੀਆਂ ਨੇ ਜੋ ਖੋਹ ਲਈਆਂ ਗਈਆਂ। ਵਰਤਮਾਨ ਸਮੇਂ ਬਰਤਾਨਵੀ ਰਾਜਤੰਤਰ ਲੋਕਤੰਤਰੀ ਸੰਸਥਾਵਾਂ ਦੀ ਸਥਾਪਨਾ ਕਰਨ ਵਿੱਚ ਬਰਤਾਨੀਆ ਨੇ ਬਹੁਤ ਹੀ ਯੋਗਦਾਨ ਪਾਇਆ, ਕਿਉਂਕਿ ਬਰਤਾਨੀਆ ਨੂੰ ਹੀ ਸੰਸਦੀ ਲੋਕਤੰਤਰ ਦੀ ਜਨਮ ਭੂਮੀ ਮੰਨਿਆ ਗਿਆ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਵਰਤਮਾਨ ਲੋਕਤੰਤਰੀ ਯੁੱਗ ਦੇ ਵਿੱਚ ਵੀ ਬਰਤਾਨੀਆ ਵਿੱਚ ਰਾਜਤੰਤਰ ਦੀ ਹੋਂਦ ਹੈ ਜੋ ਬਣੀ ਹੋਈ ਹੈ। ਇਹ ਦੇਸ਼ ਵਿੱਚ ਰਾਜਤੰਤਰ ਦੀ ਹੋਂਦ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਕਿ ਵਰਤਮਾਨ ਅਵਸਥਾ ਦੇ ਵਿੱਚ ਇੰਗਲੈਂਡ ਦੇ ਰਾਜਤੰਤਰ ਅਤੇ ਲੋਕਤੰਤਰਤਾ ਦੇ ਵਿੱਚ ਕੋਈ ਵੀ ਵਿਵਹਾਰਿਕ ਵਿਰੋਧ ਨਹੀਂ ਹੁੰਦਾ। ਇੱਕ ਲੰਮੇ ਸੰਘਰਸ਼ ਦੇ ਬਾਅਦ ਹੀ ਇੰਗਲੈਂਡ ਦੇ ਲੋਕਾਂ ਨੇ ਰਾਜਤੰਤਰ ਦੇ ਨਿਰੰਕੁਸ਼ ਸਰੂਪ ਨੂੰ ਲੋਕਤੰਤਰੀ ਸਰੂਪ ਦੇ ਵਿੱਚ ਬਦਲ ਦਿੱਤਾ ਗਿਆ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇੰਗਲੈਂਡ ਦੇ ਵਿੱਚ ਮੌਜੂਦ ਰਾਜਤੰਤਰ ਨੂੰ ਸੀਮਿਤ ਜਾਂ ਸੰਵਿਧਾਨਕ ਰਾਜਤੰਤਰ ਵੀ ਕਿਹਾ ਜਾਂਦਾ ਹੈ। ਹੁਣ ਅਸੀਂ ਇਸ ਦੀ ਕੁਝ ਮੇਨ ਫੀਚਰਸ ਦੀ ਗੱਲ ਕਰਾਂਗੇ, ਜਿਵੇਂ ਕਿ ਖਾਨਦਾਨੀ ਸਿਧਾਂਤ 'ਤੇ ਆਧਾਰਿਤ। ਬਰਤਾਨਵੀਆ ਰਾਜਤੰਤਰ ਹੈ ਜੋ ਖਾਨਦਾਨੀ ਸਿਧਾਂਤ 'ਤੇ ਆਧਾਰਿਤ ਹੈ। ਬਰਤਾਨੀਆ ਤਖ਼ਤ ਨੂੰ ਕਾਨੂੰਨਾਂ ਦੇ ਦੁਆਰਾ ਵੰਸ਼ ਦੇ ਆਧਾਰ 'ਤੇ ਨਿਯਮਿਤ ਕੀਤਾ ਗਿਆ ਹੈ। ਇਸ ਦੇ ਵਿੱਚ ਇਹ ਕਾਨੂੰਨ ਪਾਸ ਕੀਤਾ ਗਿਆ ਕਿ ਜੇਕਰ ਕੋਈ ਬਾਦਸ਼ਾਹ ਦੀ ਮੌਤ ਹੁੰਦੀ ਹੈ ਤਾਂ ਜੋ ਸਭ ਤੋਂ ਵੱਡਾ ਪੁੱਤਰ ਹੁੰਦਾ ਹੈ ਉਸ ਨੂੰ ਹੀ ਉਸਦੀ ਗੱਦੀ 'ਤੇ ਬਿਰਾਜਮਾਨ ਕੀਤਾ ਜਾਂਦਾ ਹੈ। ਜੇਕਰ ਉਸਦੇ ਕੋਈ ਪੁੱਤਰ ਨਹੀਂ ਹੁੰਦਾ ਤਾਂ ਉਸਦੀ ਵੱਡੀ ਪੁੱਤਰੀ ਨੂੰ ਉਸਦੀ ਰਾਜਗੱਦੀ 'ਤੇ ਬਿਠਾਇਆ ਜਾਂਦਾ ਹੈ। ਇਸ ਤਰ੍ਹਾਂ ਜੇ ਉਸਦੀ ਵੱਡੀ ਲੜਕੀ ਦੀ ਬਜਾਏ ਜੇਕਰ ਕੋਈ ਛੋਟਾ ਪੁੱਤਰ ਹੈ ਤਾਂ ਉਸ ਨੂੰ ਪਹਿਲ ਦਿੱਤੀ ਜਾਂਦੀ ਸੀ। ਪਲੇਠਾ ਪੁੱਤਰ 'ਤੇ ਸਿਧਾਂਤ 'ਤੇ ਆਧਾਰਿਤ ਬਾਦਸ਼ਾਹ ਦੇ ਉੱਤਰਾਧਿਕਾਰ। ਭਾਵ ਕੀ ਹੈ, ਜੇਕਰ ਬਾਦਸ਼ਾਹ ਦੇ 2 ਲੜਕੇ ਹੁੰਦੇ ਸੀ ਤਾਂ ਜੋ ਉਸਦਾ ਵੱਡਾ ਪੁੱਤਰ ਹੁੰਦਾ ਸੀ ਉਸ ਨੂੰ ਹੀ ਉਸਦੀ ਗੱਦੀ 'ਤੇ ਬਿਠਾਇਆ ਜਾਂਦਾ ਸੀ, ਛੋਟੇ ਨੂੰ ਨਹੀਂ। ਜੇਕਰ ਉਸਦੇ ਪੁੱਤਰ ਨਹੀਂ ਸੀ ਤਾਂ ਉਸਦੀ ਵੱਡੀ ਲੜਕੀ ਨੂੰ ਹੀ ਪਦਵੀ 'ਤੇ ਬਿਠਾਇਆ ਜਾਂਦਾ ਸੀ। ਇਸ ਤਰ੍ਹਾਂ ਇਹ ਬੇਸ਼ੱਕ ਬਰਤਾਨਵੀਆਂ ਦਾ ਕਾਨੂੰਨ ਹੈ ਜੋ ਬਾਦਸ਼ਾਹ ਦੇ ਵਿੱਚ ਲੜਕੀਆਂ ਨੂੰ ਬਰਾਬਰ ਦੇ ਅਧਿਕਾਰ ਦਿੰਦਾ ਹੈ, ਪਰ ਜਦੋਂ ਮੌਜੂਦਾ ਮਹਾਰਾਣੀ ਐਲਿਜ਼ਾਬੈਥ ਦੂਜੀ ਨੂੰ ਆਪਣੇ ਬਾਦਸ਼ਾਹ ਪਿਤਾ ਦੀ ਵੱਡੀ ਲੜਕੀ ਹੋਣ ਦੇ ਕਾਰਨ ਬਰਤਾਨਵੀਆ ਤੱਕ ਦਾ ਉੱਤਰਾਧਿਕਾਰ ਸਵੀਕਾਰ ਕੀਤਾ ਗਿਆ ਤਾਂ ਕੀ ਹੋ ਗਿਆ, ਬਾਦਸ਼ਾਹ ਦਾ ਪੁੱਤਰ ਅਤੇ ਨਾ ਹੋਣਾ ਅਤੇ ਸਾਰੀਆਂ ਲੜਕੀਆਂ ਦੇ ਹੋਣ ਦੀ ਅਵਸਥਾ ਦੇ ਵਿੱਚ ਵੱਡੀ ਲੜਕੀ ਨੂੰ ਤਖ਼ਤ ਦੀ ਉੱਤਰਾਧਿਕਾਰੀ ਬਣਾਇਆ ਗਿਆ। ਤਾਂ ਇਸ ਦੇ ਨਾਲ ਕੀ ਹੋਇਆ, ਬਰਾਬਰਤਾ ਦਾ ਜੋ ਸਿਧਾਂਤ ਸੀ ਇਹ ਖਤਮ ਹੋ ਗਿਆ। ਨੈਕਸਟ ਹੈ ਬਾਦਸ਼ਾਹ ਦੇ ਲੜਕੇ ਅਤੇ ਲੜਕੀ ਵਿੱਚ ਹੁੰਦੇ ਵਿਤਕਰੇ ਨੂੰ ਸਮਾਪਤ ਕਰਨ ਸੰਬੰਧੀ ਯਤਨ। ਭਾਵ ਕੀ ਹੈ, ਜਦੋਂ ਕੋਈ ਬਾਦਸ਼ਾਹ ਦੀ ਮੌਤ ਹੋ ਜਾਂਦੀ ਸੀ ਤਾਂ ਉਸਦੇ ਪੁੱਤਰ ਨੂੰ ਹੀ ਉਸਦੀ ਰਾਜਗੱਦੀ 'ਤੇ ਬਿਠਾਇਆ ਜਾਂਦਾ ਸੀ, ਜੋ ਕਿ ਲੋਕਤੰਤਰੀ ਯੁੱਗ ਦੇ ਵਿੱਚ ਬਿਲਕੁਲ ਹੀ ਢੁਕਵਾਂ ਸੀ। ਭਾਵ ਕਿ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਕਿਉਂਕਿ ਰੂੜੀਵਾਦੀ ਦਲ ਅਤੇ ਉਦਾਰਵਾਦੀ ਲੋਕਤੰਤਰ ਦੀ ਮਿਲੀ ਜੁਲੀ ਸਰਕਾਰ ਦੇ ਲੋਕ ਵਿਰੋਧ ਸੀ। ਇਸ ਦੇ ਵਿਤਕਰੇ ਨੂੰ ਖਤਮ ਕਰਨ ਦੇ ਲਈ ਉਹਨਾਂ ਨੇ ਕਈ ਕਾਰਵਾਈਆਂ ਕੀਤੀਆਂ, ਜਿਸ ਦੇ ਵਿੱਚ ਕਿਹਾ ਜਾਂਦਾ ਕਿ ਰਾਸ਼ਟਰਮੰਡਲ ਨਾਮ ਦੀ ਇੱਕ ਸੰਸਥਾ ਸੀ। ਇਸ ਦੇ ਵਿੱਚ ਬਹੁਤ ਜ਼ਿਆਦਾ ਦੇਸ਼ ਸ਼ਾਮਲ ਹੋਏ ਅਤੇ ਉਹਨਾਂ ਨੇ ਇਸ ਰਸਮ ਦਾ ਜੋ ਵਿਰੋਧ ਕੀਤਾ ਗਿਆ। ਕੇਵਲ ਪ੍ਰੋਟੈਸਟੈਂਟ ਧਰਮ ਦੇ ਲੋਕ ਹੀ ਬਰਤਾਨਵੀ ਰਾਜਗੱਦੀ 'ਤੇ ਬੈਠ ਸਕਦੇ ਸੀ। ਭਾਵ ਕੀ ਹੈ, ਉਹਨਾਂ ਦੇ ਵਿੱਚ 2 ਧਰਮ ਪ੍ਰਚਲਿਤ ਸੀ। ਇੱਕ ਉਹਨਾਂ ਦੇ ਵਿੱਚ ਕੈਥੋਲਿਕ ਧਰਮ ਵੀ ਪ੍ਰਚਲਿਤ ਸੀ ਜੋ ਕਿ ਰਾਜਗੱਦੀ ਦੇ ਉੱਪਰ ਨਹੀਂ ਬੈਠ ਸਕਦੇ ਸੀ। ਕੇਵਲ ਪ੍ਰੋਟੈਸਟੈਂਟ ਧਰਮ ਦੇ ਨਾਲ ਸੰਬੰਧਿਤ ਵਿਅਕਤੀ ਹੀ ਬਰਤਾਨੀਆ ਦੇ ਬਾਦਸ਼ਾਹ ਦੀ ਉੱਤਰਾਧਿਕਾਰੀ ਬਣ ਸਕਦੇ ਸੀ। ਇਸ ਦੇ ਲਈ ਜਿਵੇਂ ਪਹਿਲਾਂ ਲੜਕਾ ਅਤੇ ਲੜਕੀ ਦੇ ਵਿਤਕਰੇ ਨੂੰ ਸਮਾਪਤ ਕਰਨ ਦੇ ਲਈ ਲੋਕਾਂ ਨੇ ਵਿਰੋਧ ਕੀਤਾ, ਇਸੇ ਤਰ੍ਹਾਂ ਵੀ ਇਸ ਧਰਮ ਦੇ ਪੱਖਪਾਤ ਦਾ ਵੀ ਲੋਕਾਂ ਨੇ ਕਾਫੀ ਜ਼ਿਆਦਾ ਵਿਰੋਧ ਕੀਤਾ, ਜਿਸ ਦੇ ਵਿੱਚ 16 ਦੇਸ਼ਾਂ ਨੇ ਇਸ ਦੇ ਵਿਰੁੱਧ ਆਪਣੇ ਵਿਚਾਰ ਪ੍ਰਗਟਾਏ ਅਤੇ 16 ਦੇਸ਼ਾਂ ਦੀ ਸਹਿਮਤੀ ਸੀ ਕਿ ਜੋ ਇਹ ਕਾਨੂੰਨ ਹੈ ਇਹ ਖਤਮ ਹੋਣਾ ਚਾਹੀਦਾ ਹੈ। ਇਹ ਵਿਤਕਰੇ ਦੀ ਜੋ ਹੋਂਦ ਹੈ ਇਸ ਨੂੰ ਸਮਾਪਤ ਕਰਨਾ ਚਾਹੀਦਾ ਹੈ। ਸਭ ਨੂੰ ਅਧਿਕਾਰ ਨੇ ਜੋ ਬਰਾਬਰ ਮਿਲਣੇ ਚਾਹੀਦੇ ਨੇ। ਸੀਮਿਤ ਸੰਵਿਧਾਨਕ ਰਾਜਤੰਤਰ। ਨਿਰੰਕੁਸ਼ ਰਾਜਤੰਤਰ ਤੋਂ ਭਾਵ ਕੀ ਹੈ ਕਿ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ ਜੋ ਬਾਦਸ਼ਾਹ ਹੁੰਦਾ ਸੀ, ਉਹ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦਾ ਸੀ, ਆਪਣੀ ਇੱਛਾ ਦੇ ਅਨੁਸਾਰ ਹੀ ਕਰਦਾ ਸੀ। ਬਰਤਾਨਵੀ ਰਾਜਤੰਤਰ ਦਾ ਇਹ ਸਿਧਾਂਤਕ ਰੂਪ ਹੈ, ਪਰ ਅਸਲ ਦੇ ਵਿੱਚ ਬਾਦਸ਼ਾਹ ਨੂੰ ਮੰਤਰੀ ਮੰਡਲ ਦੀ ਸਲਾਹ ਦੇ ਅਨੁਸਾਰ ਹੀ ਕੰਮ ਕਰਨਾ ਪੈਂਦਾ ਸੀ। ਭਾਵ ਕਿ ਆਪਣੇ ਮੰਤਰੀ ਮੰਡਲਾਂ ਦੀ ਸਲਾਹ ਲੈਂਦਾ ਸੀ। ਸੰਸਦ ਦੁਆਰਾ ਪਾਸ ਕੀਤੇ ਗਏ ਬਿੱਲਾਂ ਦੇ ਉੱਤੇ ਬਾਦਸ਼ਾਹ ਪ੍ਰਵਾਨਗੀ ਦੇਣ ਤੋਂ ਇਨਕਾਰ ਨਹੀਂ ਕਰ ਸਕਦਾ ਸੀ, ਕਿਉਂਕਿ ਬਰਤਾਨੀਆ ਵਿੱਚ ਸੀਮਿਤ ਸੰਵਿਧਾਨ
ਰਾਜਤੰਤਰ ਦਾ ਭਾਵ ਇਹ ਹੈ ਕਿ ਬਾਦਸ਼ਾਹ ਦੀਆਂ ਸ਼ਕਤੀਆਂ ਨੇ ਸੰਵਿਧਾਨਕ ਵਿਵਸਥਾਵਾਂ ਦੇ ਦੁਆਰਾ ਸੀਮਿਤ ਕੀਤੀਆਂ ਗਈਆਂ ਨੇ ਅਤੇ ਉਹਨਾਂ ਦੀ ਨਿਰਕੁਸ਼ਤਾ ਹੈ ਜੋ ਖਤਮ ਕੀਤੀ ਗਈ ਹੈ। ਭਾਵੇਂ ਬਰਤਾਨੀਆ ਦੇ ਵਿੱਚ ਪੂਰਨ ਤੌਰ 'ਤੇ ਲਿਖਤੀ ਸੰਵਿਧਾਨ ਨਹੀਂ ਸੀ ਅਤੇ ਬਰਤਾਨੀਆ ਰਾਸ਼ਟਰ ਦੇ ਹਰ ਪੱਖ ਨਾਲ ਸੰਬੰਧਿਤ ਬੜੀਆਂ ਮਹੱਤਵਪੂਰਨ ਅਣਗਿਣਤ ਪਰੰਪਰਾਵਾਂ ਵੀ ਪ੍ਰਚਲਿਤ ਹੁੰਦੀਆਂ ਸੀ। ਇਸੇ ਕਰਕੇ ਹੀ ਬਰਤਾਨੀਆ ਦੇ ਵਿੱਚ ਸਰਕਾਰ ਦਾ ਰੂਪ ਹੈ ਜੋ ਸੰਵਿਧਾਨਕ ਜੱਦੀ ਰਾਜਤੰਤਰਤਾ ਵਾਲਾ ਹੁੰਦਾ ਹੈ। ਨੈਕਸਟ ਹੈ ਤਖ਼ਤ ਨਸ਼ੀਨੀ। ਜਦੋਂ ਬਾਦਸ਼ਾਹ ਦੀ ਮੌਤ ਹੋ ਜਾਂਦੀ ਹੈ ਤਾਂ ਤੁਰੰਤ ਹੀ ਤਖ਼ਤ ਨਸ਼ੀਨੀ ਕੀਤੀ ਜਾਂਦੀ ਹੈ, ਭਾਵ ਕਿ ਉਸਦੇ ਪੁੱਤਰ ਨੂੰ ਰਾਜਗੱਦੀ 'ਤੇ ਬਿਠਾਇਆ ਜਾਂਦਾ ਹੈ। ਇਸ ਤੋਂ ਬਾਅਦ ਉਸਦੇ ਲਈ ਇੱਕ ਤਖ਼ਤ ਨਸ਼ੀਨੀ ਪਰਿਸ਼ਦ ਹੈ ਜਿਸ ਦੇ ਵਿੱਚ ਅਧਿਆਤਮਿਕ ਲਾਰਡਜ਼, ਕੁਝ ਸੰਸਾਰੀ ਲਾਰਡਜ਼ ਅਤੇ ਰਾਸ਼ਟਰਮੰਡਲ ਦੇ ਦੇਸ਼ਾਂ ਦੇ ਲੰਡਨ ਵਿੱਚ ਸਥਿਤ ਹਾਈ ਕਮਿਸ਼ਨ ਅਤੇ ਉੱਘੇ ਬਰਤਾਨਵੀ ਨਾਗਰਿਕ ਵੀ ਸ਼ਾਮਲ ਹੁੰਦੇ ਨੇ। ਨੈਕਸਟ ਹੈ ਤਾਜਪੋਸ਼ੀ। ਤਾਜਪੋਸ਼ੀ ਅਤੇ ਤਖ਼ਤ ਨਸ਼ੀਨੀ ਦੇ ਵਿੱਚ ਕਾਫੀ ਫਰਕ ਹੈ। ਬਾਦਸ਼ਾਹ ਦੀ ਮੌਤ ਤੋਂ ਮਗਰੋਂ ਨਵੇਂ ਬਾਦਸ਼ਾਹ ਦੀ ਤਖ਼ਤ ਨਸ਼ੀਨੀ ਹੈ ਜੋ ਤੁਰੰਤ ਹੋ ਜਾਂਦੀ ਹੈ। ਉਹ ਆਪਣੇ ਕਾਰਜ ਨੇ ਜੋ ਸੰਭਾਲ ਲੈਂਦਾ ਹੈ, ਪਰ ਨਵੇਂ ਬਾਦਸ਼ਾਹ ਦੀ ਤਾਜਪੋਸ਼ੀ ਕੁਝ ਮਹੀਨਿਆਂ ਦੇ ਮਗਰੋਂ ਅਤੇ ਕਈ ਵਾਰੀ ਸਾਲਾਂ ਦੇ ਮਗਰੋਂ ਵੀ ਕੀਤੀ ਜਾਂਦੀ ਹੈ। ਇਸ ਤਰ੍ਹਾਂ ਤਾਜਪੋਸ਼ੀ ਅਤੇ ਤਖ਼ਤ ਨਸ਼ੀਨੀ ਦੇ ਵਿੱਚ ਆਪਸੀ ਫਰਕ ਹੈ। ਤਾਜਪੋਸ਼ੀ ਦੇ ਮਗਰੋਂ ਹੋਣ ਨਾਲ ਤਖ਼ਤ ਨਸ਼ੀਨੀ ਬਾਦਸ਼ਾਹ ਦੀਆਂ ਕਾਨੂੰਨੀ ਸ਼ਕਤੀਆਂ 'ਤੇ ਕੋਈ ਵੀ ਪ੍ਰਭਾਵ ਨਹੀਂ ਪੈਂਦਾ। ਰਾਜ ਕਰਦੀ ਰਾਣੀ ਅਤੇ ਪਤਨੀ ਰਾਣੀ, ਇਹਨਾਂ ਦੇ ਵਿੱਚ ਕੀ ਫਰਕ ਹੈ? ਰਾਜ ਕਰਦੀ ਰਾਣੀ ਉਹ ਹੁੰਦੀ ਹੈ ਜਿਸ ਨੂੰ ਸਾਰੀਆਂ ਸ਼ਕਤੀਆਂ ਪ੍ਰਾਪਤ ਹੁੰਦੀਆਂ ਨੇ ਜੋ ਕਿ ਬਾਦਸ਼ਾਹ ਨੂੰ ਦਿੱਤੀਆਂ ਜਾਂਦੀਆਂ ਨੇ, ਜਦ ਕਿ ਪਤਨੀ ਰਾਣੀ ਉਹ ਹੁੰਦੀ ਹੈ ਜੋ ਬਾਦਸ਼ਾਹ ਦੀ ਪਤਨੀ ਹੁੰਦੀ ਹੈ ਅਤੇ ਉਹ ਰਾਜ ਨਹੀਂ ਕਰਦੀ। ਬਸ ਜਦੋਂ ਪਤਨੀ ਰਾਣੀ ਨੂੰ ਬਾਦਸ਼ਾਹ ਦੀ ਤਖ਼ਤਪੋਸ਼ੀ ਦੇ ਸਮੇਂ ਉਸਨੂੰ ਉਸਦੇ ਨਾਲ ਬਿਠਾਇਆ ਜਾਂਦਾ ਹੈ ਅਤੇ ਉਸਦੇ ਸਿਰ 'ਤੇ ਤਾਜ ਵਗੈਰਾ ਪਹਿਨਾਇਆ ਜਾਂਦਾ ਹੈ, ਪਰ ਉਹ ਕਿਸੇ ਵੀ ਸ਼ਕਤੀ ਦੀ ਵਰਤੋਂ ਨਹੀਂ ਕਰ ਸਕਦੀ। ਸ਼ਾਹੀ ਝੰਡਾ ਅਤੇ ਰਾਸ਼ਟਰੀ ਝੰਡਾ। ਬਰਤਾਨੀਆ ਦੇ ਵਿੱਚ ਸਮੁੱਚੇ ਦੇਸ਼ ਦਾ ਇੱਕ ਰਾਸ਼ਟਰੀ ਝੰਡਾ ਹੈ ਜਿਸ ਨੂੰ ਕਿ ਯੂਨੀਅਨ ਫਲੈਗ ਕਿਹਾ ਜਾਂਦਾ ਹੈ। ਯੂਨੀਅਨ ਫਲੈਗ ਵਧੇਰੇ ਕਰਕੇ ਯੂਨੀਅਨ ਜੈਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਯੂਨੀਅਨ ਜੈਕ ਬਰਤਾਨੀਆ ਦਾ ਅਜਿਹਾ ਝੰਡਾ ਹੈ ਜਿਸ ਨੂੰ ਵਿਸ਼ਵ ਦੇ ਕਈ ਦੇਸ਼ਾਂ ਦੇ ਵਿੱਚ ਅੰਗਰੇਜ਼ਾਂ ਨੇ ਝੁਲਾਉਣ ਦਾ ਮਾਣ ਹੈ ਜੋ ਪ੍ਰਾਪਤ ਕੀਤਾ ਹੋਇਆ ਹੈ, ਕਿਉਂਕਿ ਅੰਗਰੇਜ਼ ਰਾਸ਼ਟਰ ਦੇ ਕਈ ਦੇਸ਼ਾਂ ਨੂੰ ਆਪਣੇ ਬਸਤੀਵਾਦੀ ਗੁਲਾਮ ਦੇ ਅਧੀਨ ਕਰ ਲਿਆ ਸੀ। ਕਿਸੇ ਸੋਗ ਦੇ ਮੌਕੇ ਇਹ ਝੰਡਾ ਹੈ ਜੋ ਉਸਨੂੰ ਝੁਕਾਇਆ ਜਾਂਦਾ ਹੈ। ਇਸ ਤਰ੍ਹਾਂ ਕਈ ਅਜਿਹੇ ਸਥਾਨ ਨੇ ਜਿਨ੍ਹਾਂ ਦੇ ਉੱਪਰ ਇਹ ਸ਼ਾਹੀ ਝੰਡਾ ਹੈ ਜੋ ਇਸ ਨੂੰ ਝੁਲਾਉਣ ਦੇ ਲਈ ਸਥਾਈ ਰੂਪ ਦੇ ਵਿੱਚ ਆਦੇਸ਼ ਨੇ ਜੋ ਦਿੱਤੇ ਗਏ ਨੇ। ਥੈਂਕ ਯੂ।